ਜੀ ਪੀਕੇ ਜੀ ਬਹੁਤ ਬਹੁਤ ਸਵਾਗਤ ਹੈ ਸਰ ਰੇਡੀਓ ਵਾਈ FM 91.9 ਦੇ ਉੱਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਚੈਨਲ ਵਾਈ ਤੇ ਵੀ ਸਵਾਗਤ ਹੈ ਵੈਲਕਮ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਜੀ ਗੁਰਸ਼ਰਨ ਜੀ ਜਿਸ ਤਰ੍ਹਾਂ ਸਵਾਲ ਪੁੱਛ ਹੀ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਬਿਲਡਰਸ ਜਿਹੜੇ ਨੇ ਜੀ ਉਹ ਹਜੇ ਆਪਣਾ ਕਾਸਟ ਕਟਿੰਗ ਕਿੱਥੋਂ ਕਰਨ ਸਭ ਕੁਝ ਮਹਿੰਗਾ ਹੋ ਰਿਹਾ ਹੈ ਜਿਹੜੀ 12 ਫੁੱਟ ਦੀ ਸੀਲਿੰਗ ਸੀ ਉਹ 10 ਫੁੱਟ ਦੀ ਕਰ ਰਹੇ ਨੇ ਜਿੱਥੇ 10 ਫੁੱਟ ਦੀ ਦੇ ਰਹੇ ਸੀ 9 ਫੁੱਟ ਦੀ ਉਹ ਥੋੜੀ ਆਪਣਾ ਉਹ ਕਹਿੰਦੇ ਇਹ ਕਾਸਟ ਕਟਿੰਗ ਉਹ ਕਰ ਰਹੇ ਨੇ ਕਿ ਕਿੱਦਾਂ ਬਿਲਡਰਸ ਕੀ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ ਬਿਲਡਰਸ ਜਿਹੜੇ ਕਾਸਟ ਨਾਟ ਆਲ ਦਾ ਬਿਲਡਰ ਸਰ ਪਰ ਕੁਝ ਬਿਲਡਰ ਕਰ ਰਹੇ ਨੇ ਕਟਿੰਗ ਇਸ ਤਰ੍ਹਾਂ ਦੀ ਲੇਕਿਨ ਜਿਹੜੇ ਬਹੁਤ ਸਟੈਂਡਰਡ ਦੇ ਬਿਲਡਰ ਨੇ ਜਿਨ੍ਹਾਂ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਕੈਮਰਾਸ ਕਹਦੇ ਆ ਕਿਸਮ ਨਾਲ ਜਾਂ ਲੈਂਟੈਲਾ ਕਹਦੇ ਆ ਮੈਂ ਇਹ ਵੀ ਕੁਝ ਬਿਲਡਰ ਇਹੋ ਜਿਹੇ ਨੇ ਜਿਹੜੇ ਕਿ ਲਗਜ਼ਰੀ ਬਿਲਡਰ ਕਹਿਲਾਉਂਦੇ ਨੇ ਇਹ ਨਹੀਂ ਕਰ ਰਹੇ ਕਾਸਟ ਕਟਿੰਗ ਬਿਲਕੁਲ ਵੀ ਜਿਸ ਤਰ੍ਹਾਂ ਐਂਬਲਮ ਹੈਗਾ ਬੜਾ ਸੋਲਿਡ ਬੜਾ ਉਹ ਲਗਜ਼ਰੀ ਬਣਾਉਣ ਵਾਲਾ ਹੈਗਾ ਜਿਸ ਤਰ੍ਹਾਂ ਇਹਨਾਂ ਦਾ ਡਿਜ਼ਾਈਨ ਡਿਸਟ੍ਰਿਕਟ ਦੇਖ ਲਓ ਤੇ ਲਿਊ ਟਾਊਨ ਨੂੰ ਡਿਜ਼ਾਈਨ ਕਰ ਰਿਹਾ ਹੈਗਾ ਤੇ ਲੌਬੀ ਵਗੈਰਾ ਨੂੰ ਤੇ ਐਵੇਂ ਨਹੀਂ ਯੈਸ ਕੁਝ ਬਿਲਡਰ ਕਰ ਰਹੇ ਨੇ ਲੇਕਿਨ ਉਹਦੇ ਨਾਲ ਕੁਝ ਨਹੀਂ ਬਣਨ ਵਾਲਾ ਕਿਉਂਕਿ ਇਹ ਕਾਸਟ ਕਟਿੰਗ ਜੋ ਆਪਣੇ ਵਾਸਤੇ ਕਰ ਰਹੇ ਨੇ ਤੁਹਾਡੇ ਮੇਰੇ ਵਰਗੇ ਵਾਸਤੇ ਨਹੀਂ ਕਰ ਰਹੇ ਕਿਉਂਕਿ ਆਲਰੇਡੀ ਇਹ ਲੋਕ ਬੜੇ ਪ੍ਰੋਬਲਮ ਵਿੱਚ ਜਾ ਰਹੇ ਨੇ ਔਰ ਉਹ ਇਹਨਾਂ ਨੂੰ ਨਹੀਂ ਤੇ ਇੰਨੇ ਸਾਰੇ ਬਿਲਡਰ ਫੇਲ ਨਾ ਹੋ ਜਾਂਦੇ nobody can stop it ਮੈਂ ਸਿੰਪਲ ਜੀ ਗੱਲ ਕਰਾਂ ਅਲਟੀਮੇਟਲੀ ਜਾ ਕੇ ਇਹ ਬੈਲੈਂਸ ਹੋ ਜਾਏਗਾ ਦੇਖ ਲੈਣਾ ਰੀਸੇਲ बैलेंस हो जाएगी जिसका थोड़ी प्री कंस्ट्रक्शन जैसे कॉस्ट जी ज्यादा हो जाती है ਉਹਦਾ ਇਫੈਕਟ ਤੁਹਾਡਾ ਰੀਸੇਲ ਦੇ ਉੱਤੇ ਪਏਗਾ ਹੀ ਪਏਗਾ ਉਹ ਅਲੱਗ ਗੱਲ ਹੈ ਕਿ ਰੀਸੇਲ ਦੇ ਅੰਦਰ ਜਿਸ ਬੰਦੇ ਨੇ 1 ਮਿਲੀਅਨ ਦਾ ਖਰੀਦਿਆ ਸੀਗਾ ਉਹ ਕਹਿੰਦਾ ਚਲੋ ਜੀ ਮੇਰਾ 18 ਲੱਖ ਦੀ ਬਜਾਏ ਮੈਂ 15 ਲੱਖ ਦਾ ਵੇਚ ਦੇਣਾ ਫਿਰ ਵੀ ਕਮਾ ਰਿਹਾ ਲੇਕਿਨ ਇਹ ਟੈਂਪਰੇਰੀ ਫੇਜ਼ ਹੁੰਦਾ ਜੀ ਅਲਟੀਮੇਟਲੀ ਇਹਨੇ ਐਡਜਸਟ ਡਿਮਾਂਡ ਸਪਲਾਈ ਨੂੰ ਕਰਨਾ ਹੀ ਹੁੰਦਾ ਹੈਗਾ ਤੇ ਕੋਈ ਰੋਕ ਹੀ ਨਹੀਂ ਸਕਦਾ ਇਸ ਗੱਲ ਨੂੰ ਜੋ ਕਿ ਮੈਂ ਬਾਰ-ਬਾਰ ਕਹਿ ਰਿਹਾ ਕਿ ਇਸ ਗੱਲ ਨੂੰ ਕੋਈ ਰੋਕ ਹੀ ਨਹੀਂ ਸਕਦਾ ਇਸ ਕਰਕੇ ਡਿਮਾਂਡ ਇੰਨੀ ਜ਼ਬਰਦਸਤ ਲੋਕਲ ਹੈਗੀ ਇੱਥੇ ਕਿ ਤੁਸੀਂ ਰੈਂਟ ਦੇਖ ਲਓ ਨਾ ਸਰ ਕੀ ਹੋਇਆ ਰੈਂਟ ਦਾ ਅੱਗ ਲੱਗੀ ਪਈ ਰੈਂਟ ਦੀ ਲੋਕੀ ਘਰ ਨਹੀਂ ਖਰੀदेंगे ਰੈਂਟ ਵੱਧ ਜਾਏਗਾ ਤਾਂ ਕੀ ਹੋਏਗਾ ਇਨਡਾਇਰੈਕਟਲੀ ਫਿਰ ਪ੍ਰਾਈਸ ਵੱਧ ਜਾਏਗਾ ਘਰਾਂ ਦਾ ਕਿਉਂਕਿ ਜਿਸ ਦਾ ਰੈਂਟ ਵੱਧ ਰਿਹਾ ਹੈ ROI ਵਗੈਰਾ ਵਧੇਗੀ ਤੇ ਇਨਵੈਸਟਰ ਕਹੇਗਾ ਜੀ ਮੈਨੂੰ ਦੁਬਾਰਾ ਖਾ ਰਿਹਾ ਮੈਂ ਤਾਂ ਲੈ ਲੈਣਾ ਗੱਲ ਖਤਮ ਹੋ ਗਈ ਤੇ ਇਹ ਐਡਜਸਟਮੈਂਟ ਹੋਣੀ ਹੈ ਇਹ ਟੈਂਪਰੇਰੀ ਜਿਹੜਾ ਗਲੋਬਲ ਫਿਨੋਮੀਨਾ ਚੱਲ ਰਿਹਾ ਹੈਗਾ ਉਹਦਾ ਅਸਰ ਹੈਗਾ ਅਦਰਵਾਈਜ਼ ਇਹ ਜਿਹੜੀ ਉਹਨੇ ਰੀਸੈਂਟ ਜਿਹੜੀ ਰਿਪੋਰਟ ਆਈ ਸੀਗੀ ਕਿ ਵੀ ਫਸਟ ਕੁਆਟਰ तो यह मार्केट संभलनी शुरू हो जाएगी मैंने याद नहीं आ रहा कि रिपोर्ट सीगी बिल्कुल ठीक है होगा एडजस्टमेंट होनी है nobody can stop it Hi Kathy I'm going in your room for 2 minutes हाँ जी नरेश जी ਤੁਸੀਂ ਆਉਂਦੇ ਰਹੋ ਜੀ ਗੋ ਹੈਡ ਨਰੇਸ਼ ਤੁਲਾਨੀ ਜੀ ਗੋ ਹੈਡ ਯੂਰੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ हाँ पीके जी ने मंगा जी ने सत श्री अकाल सारे सत श्री अकाल सर तो पीके जी आपकी बात पे ये बताना चाहता हूँ आई जस्ट वांट टू शेयर कि मैं दिल्ली से हूँ आपको पता ही है एंड मोर ओवर मैं 3 साल के लिए पैसे लाया था 6 महीने तक मैंने बाहर से कॉफी नहीं पी थी यहाँ पे आने के बाद इवन पैसे बहुत अच्छी बात है देखो ये बहुत जरूरी है तुलानी नरेश तुलानी बोल रहे हैं ना हाँ जी हाँ लेकिन आप अभी सेटल्ड है ना क्यों सेटल्ड है मुझे बता दीजिए इसीलिए सेटल्ड है आप सर वही यही बताना था कि औरों को भी लगे कि चलो भाई ठीक है आज ये है कि आज बैंक में पैसे रखे हुए हैं 3-4 साल के लिए और एक घर फ्री कर दिया दूसरा घर भी 80% फ्री कर दिया है एंड वी आर ओके वी आर ब्लेस्ड एंड दिस इज योर इंस्पिरेशन दिस इज योर एडवाइस आई एम थैंक यू मुझे पता है आप अपनी वाइफ के साथ मेरे पास आए थे मुझे पता है हमारी बहुत लंबी डिस्कशन हुई थी और उसके बाद मैंने ये भी कहा था जिस ढंग से आप चल रहे हो ऐसे ही चलते रहो बहुत कामयाबी की तरफ जाओगे क्योंकि देखो बात ये होती है या तो मैं आज होशापन दिखा दूं और खर्च कर लूं बाद जिंदगी भर रोता रहूं या आज मैं अपने को संभाल लूं और जिंदगी भर मौज करता रहूं मैं फाइनेंशियली बात कर रहा हूँ सिर्फ बाकी चीजें तो कुदरत के साथ है किस्मत के साथ है पर जो चीज हम कर सकते हैं देखो ना मैं हमेशा कहता हूँ बड़ा घिसा पिटा डाला गया लोग बोर भी हो गए होंगे जो बजटिंग होती है इज नॉट प्लानिंग द इनकम द बजटिंग इज प्लानिंग द एक्सपेंस खर्चे को प्लान करना ही बजटिंग कहलाती है मेरे हिसाब से और वो आप कर रहे हैं बस और कुछ चाहिए नहीं हमारे को वो आपको अपने पैसे ने पैसा कमा के दे दिया पर वो पैसा तभी कमा के देगा ना जब पैसा आप थोड़ा जोड़ोगे जब पैसा आपने ओवर स्पेंड कर लिया तो पैसा पैसे को गवा देगा खुद को भी गवा देगा और पैसा अगर जोड़ लिया तो वो जुड़ा हुआ पैसा ही पैसा कमा देगा जब पल्ले $1 है तो वो $1 काम करेगा जब पल्ले -$1 है तो मल्टीप्लाई भी माइनस ही करेगा बहुत जल्दी वो कंग्रेसी की तरफ लेके चला जाएगा जैसे जब पैसा कमाता है वो कंपाउंडिंग इफेक्ट जिसको कहते हैं इसका बहुत ज्यादा ये तो खैर बड़े से पुराना हमारे मोगा साहब बताएंगे जो जिसको कंपाउंडिंग इफेक्ट कहते हैं जिसकी मल्टीप्लिकेशन 24 होती है तो वो जिस हिसाब से फास्ट बढ़ता है ना वो बंदा मिलियनर बन जाता है उसी तरीके से फास्ट घटता है और बंदा बैंकरप्ट हो जाता है एग्जैक्टली आई एग्री
I agree on this completely, 100%. I agree. That is why I just मैं तो ਤੁਹਾਨੂੰ बस फॉलो करदा ठीक है जरा समझ आगे रख लो तो युद्धवीर भाजी ने कहा 2-3 साल वास्ते पैसे रख लो वो भी रख ले और बाकी रब रखा देगी। और जरूरी नहीं है युद्धवीर जी की पैसा बैंक में पड़ाओ, किसी भी शेप में पैसा पड़ाओ, बैंक में पड़ाओ तो खराब हो जाएगा। लेकिन मेरे को पता तुरानी साहब का पैसे जो कहना चाहते हैं, क्योंकि मेरी इनसे 1 घंटा बैठ के डिस्कशन हुआ था बहुत पहले और मुझे सब याद आ गया। तो पैसा आपके पास इस तरीके से होना चाहिए कि जिसको आप इस्तेमाल कर सकें, बस बात खत्म। थैंक यू फॉर टाइम, थैंक यू युद्धवीर जी भाजी, थैंक यू सो नाइस ऑफ यू। थैंक यू सर, थैंक यू। ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਤੁਸੀਂ ਆਉਂਦੇ ਰਹੋ ਜੀ। ਤੇਜਿੰਦਰ ਜੀ ਕੋ ਹੈ ਜੀ। ਤੇਜਿੰਦਰ ਸਾਹਿਬ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਮੈਂ ਤੁਹਾਡੇ ਵਿਊਜ਼ ਲੈਣੇ ਆ ਤਿੰਨਾਂ ਦੇ। ਮੇਬੀ ਟਰੰਪ ਅਟਾਰਨੀ ਦਾ ਕੈਨ ਕਮੈਂਟ ਔਨ ਦਿਸ। ਤੇ ਸ਼ਾਇਦ ਤੁਸੀਂ ਯਦਵੀਰ ਜੀ ਸੁਣਿਆ ਹੋਵੇ ਬਈ ਆਪਣੇ ਸਰਵਿਸ ਦੇ ਵਿੱਚ ਪ੍ਰੋਟੈਸਟ ਕੀਤੇ ਆਪਣੇ ਬੰਦਿਆਂ ਨੇ ਰਲ ਕੇ, ਤੇ ਉਹ CBC ਨੇ ਵੀ ਕਵਰ ਕੀਤਾ, ਪਰ ਉਹਨਾਂ ਨੇ ਵੈਬਸਾਈਟ ਤੇ ਨਹੀਂ ਕੀਤਾ, ਰੇਡੀਓ ਤੇ ਕੀਤਾ ਸੀ ਮੇਰੇ ਖਿਆਲ। I don't know, ਤੁਸੀਂ ਸੁਣਿਆ ਜੀ ਉਹਦੇ ਬਾਰੇ? ਆਪਣੇ ਬਈ ਸਾਡੀ ਮੌਰਗੇਜਸ ਵਗੈਰਾ ਵੱਧ ਗਈਆਂ ਨੇ 2-2। ਹਾਂਜੀ ਬਿਲਕੁਲ ਜੀ, ਬਿਲਕੁਲ ਸੁਣਿਆ। ਹਾਂਜੀ, ਤੇ ਉਹਦੇ ਵਿੱਚ ਉਹਨਾਂ ਨੇ ਸ਼ੋਅ ਐਂ ਕੀਤਾ ਵੀ ਉਹ ਹੋਮ ਓਨਰਸ ਨੇ ਤੇ ਵੀ ਨੀਡ ਅ ਬੇਲ ਆਊਟ, ਪਰ ਮੋਸਟਲੀ ਉਹਦੇ ਵਿੱਚ 90% ਰੀਅਲਟਰ ਸੀਗੇ ਤੇ ਮਾਰਗੇਜ ਏਜੰਟਸ ਸੀ ਜਿਹੜੇ ਉੱਥੇ ਹੈਗੇ, ਜਿਨ੍ਹਾਂ ਨੇ 5-9 10 ਪ੍ਰਾਪਰਟੀਜ਼ ਬਣਾਈਆਂ ਹੋਈਆਂ। ਪਰ ਉਹ ਕਹਿ ਰਹੇ ਆ ਵੀ ਅਸੀਂ ਕੰਟਰੀਜ਼ ਦੇ ਇੱਥੇ ਆ ਕੇ 20 ਸਾਲਾਂ ਦੇ ਆਏ ਹੋਏ ਆ, ਕੋਈ 15 ਦਾ ਆਇਆ ਹੋਇਆ, ਵੀ ਹੁਣ ਜਾ ਕੇ ਸਾਡਾ ਇੰਨਾ ਬੁਰਾ ਹਾਲ ਹੋ ਗਿਆ ਵੀ ਵੀ ਗੋਨਾ ਲੂਜ਼ ਆਰ ਹੋਮ, ਤੇ ਵੀ ਰੈਂਟ ਕੰਟਰੋਲ ਚੱਲ ਰਿਹਾ, ਉੱਥੇ ਰੈਂਟ ਵੱਧ ਨਹੀਂ ਰਿਹਾ, ਸਾਡੀ ਮਾਰਗੇਜਸ ਵੱਧ ਗਈਆਂ। ਤੇ ਤੁਹਾਡੇ ਕੀ ਵਿਚਾਰ ਨੇ ਜੀ ਇਹਦੇ ਵਿੱਚ? ਉਹਨਾਂ ਨੂੰ ਬੇਲ ਆਊਟ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ? ਅੱਛਾ, ਮੈਂ ਮੈਂ ਗੱਲ ਸ਼ੁਰੂ ਕਰਾਂਗਾ ਤਾਂ ਬੇਲ ਆਊਟ ਮਿਲਣਾ ਚਾਹੀਦਾ ਤਾਂ ਬਾਅਦ ਦੀ ਗੱਲ ਹੈ। ਲੇਕਿਨ ਇੱਕ ਗੱਲ ਮੈਂ ਕਰੈਕਟ ਕਰਨਾ ਚਾਹਾਂਗਾ ਕਿ ਉਹ ਹੋਮ ਓਨਰ ਘੱਟ ਸੀ, ਰੀਅਲਟਰ ਜ਼ਿਆਦਾ ਸੀ। ਕਿਆ ਰੀਅਲਟਰ ਹੋਮ ਓਨਰ ਨਹੀਂ ਸੀ? ਕਿਆ ਰੀਅਲਟਰ ਨੂੰ ਹੋਮ ਓਨਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਕੋਈ ਹੱਕ ਨਹੀਂ ਹੈਗਾ? ਅਗਰ ਉਹ ਰੀਅਲਟਰ ਹੈਗੇ ਦੈਟ ਡਜ਼ਨਟ ਮੀਨ ਕਿ ਅਗਰ ਉਹਨਾਂ ਕੋਲ 8-8 ਘਰ ਨੇ ਤੇ ਉਹ ਹੋਮ ਓਨਰ ਦੇ ਬੇਸਿਸ ਉੱਤੇ ਪ੍ਰੋਟੈਸਟ ਕਰ ਸਕਦੇ ਨੇ? ਮੇਰੇ ਖਿਆਲ ਨਾਲ ਜ਼ਰੂਰ ਕਰ ਸਕਦੇ ਨੇ। ਕਿਆ ਉਹਨਾਂ ਨੂੰ ਹੱਕ ਉਹਨਾਂ ਦਾ ਖਤਮ ਕਰਤਾ ਜਾਏਗਾ ਕਿਉਂਕਿ ਤੁਸੀਂ ਰੀਅਲਟਰ ਤੁਸੀਂ ਹੋਮ ਓਨਰ ਬਣ ਕੇ ਨਹੀਂ ਪ੍ਰੋਟੈਸਟ ਕਰਦੇ ਜੀ? ਹੋਮ ਓਨਰ ਸਰ ਉਹ ਹੁੰਦਾ ਜਿਹਦੇ ਕੋਲ ਇੱਕ ਹੋਮ ਹੋਵੇ। ਅੱਛਾ ਜੀ, 5, 10, 9, 10 ਹੋਮ ਤੋਂ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਲਈ। ਕਿਉਂ ਨਹੀਂ ਕਹਿ ਸਕਦੇ ਜੀ? ਕਿਉਂ ਨਹੀਂ ਕਹਿ ਸਕਦੇ ਸਰ? ਪਹਿਲੀ ਗੱਲ ਤੇ ਪ੍ਰੋਟੈਸਟ ਹੀ ਗਲਤ ਹੈ। ਪਹਿਲੀ ਗੱਲ ਤੇ ਸਰ ਪ੍ਰੋਟੈਸਟ ਹੀ ਗਲਤ ਹੈ। ਉਹ ਮੈਂ ਤੁਹਾਡੀ ਗੱਲ ਤੇ ਸਹਿਮਤ ਹੋ ਗਿਆ 100%। ਪਰ ਦੂਜੀ ਇੱਕ ਘਰ ਹੋਏ ਚਾਹੇ 10 ਘਰ ਹੋਏ, ਹੋਮ ਓਨਰ ਤਾਂ ਹੋਮ ਓਨਰ ਸਰ, ਉਹ ਚਾਹੇ ਰੀਅਲਟਰ ਹੈ ਚਾਹੇ ਡਾਕਟਰ ਹੋਏ ਚਾਹੇ ਨਾ ਹੋਏ। ਨੋ, ਆਈ ਥਿੰਕ ਇਹ ਦੂਜੀ ਵਾਲੀ ਗੱਲ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਜੀ ਬਿਲਕੁਲ, ਮੈਂ ਵੀ ਪੀਕੇ ਜੀ ਤੁਹਾਡੀ ਦੋਨੋਂ ਗੱਲਾਂ ਨਾਲ ਸਹਿਮਤ ਹਾਂ ਕਿ ਦੇਖੋ ਕੋਈ ਵੀ ਜਿਹੜਾ ਰੀਅਲਟਰ ਵੀ ਹੈ ਨਾ ਉਹਨੂੰ ਐਜ਼ ਅ ਹੋਮ ਓਨਰ ਵੀ ਉਹਨੂੰ ਆਪਣਾ ਪ੍ਰੋਟੈਕਟ ਕਰਨ ਦਾ ਹੱਕ ਹੈ। ਹਾਂ, ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੋ ਪੀਕੇ ਨੇ ਤੁਹਾਡਾ ਪਹਿਲੇ ਸਹਿਮਤੀ ਜਤਾਤੀ ਹੈ, ਉਹ ਤਾਂ ਅਸੀਂ ਪਹਿਲੇ ਕਹਿੰਦੇ ਆ ਵੀ ਜੇ ਤੁਸੀਂ ਪਲੈਨਿੰਗ ਨਹੀਂ ਕੀਤੀ, ਠੀਕ ਹੈ ਨਾ, ਤੁਸੀਂ ਕੋਈ ਵੀ ਘਰ ਖਰੀਦ ਕੇ ਪਲੈਨਿੰਗ ਨਹੀਂ ਕੀਤੀ, ਫਿਰ ਚਾਹੇ ਤੁਸੀਂ ਰੀਅਲਟਰ ਹੀ ਕਿਉਂ ਨਾ ਹੋ, ਕੋਈ ਵੀ ਹੋਵੇ, ਔਰ ਬਲਕਿ ਰੀਅਲਟਰ ਦੇ ਤਾਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਠੀਕ ਹੈ ਜੀ, ਤੁਸੀਂ ਰੀਅਲ ਸਟੇਟ ਦੇ ਹੈਗੇ, ਤੁਸੀਂ ਰੀਅਲਟਰ ਹੋ, ਠੀਕ ਹੈ ਜੀ, ਜੇ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ, ਠੀਕ ਹੈ, ਨਹੀਂ ਤੁਸੀਂ ਪਲੈਨਿੰਗ ਨਹੀਂ ਕੀਤੀ ਔਰ ਤੁਸੀਂ ਘਰ ਖਰੀਦ ਲਓ 2, 4, 6 ਔਰ ਕੱਲ ਨੂੰ ਤੁਸੀਂ ਸਰਕਾਰ ਤੋਂ ਮੰਗ ਕਰੋ ਜੀ ਸਾਨੂੰ ਮੌਰਗੇਜ ਰਿਲੀਫ ਦਿਓ, ਸਰਕਾਰ ਕਿਉਂ ਦੇ ਨਹੀਂ? ਤੁਹਾਡੀ ਪਲੈਨਿੰਗ ਹੋਣੀ ਚਾਹੀਦੀ ਸੀ ਪਹਿਲਾਂ। ਬਿਲਕੁਲ ਐਗਜ਼ੈਕਟਲੀ ਮਾਈ ਪੁਆਇੰਟ। ਐਜ਼ ਅ ਰੀਅਲ ਪ੍ਰੋਫੈਸ਼ਨਲ ਉਹਨਾਂ ਦੀ ਡਿਊ ਡਿਲੀਜੈਂਸ ਵੱਧ ਬਣਦੀ ਸੀ ਵੀ ਕੱਲ ਨੂੰ ਬਿਲਕੁਲ। ਤੇ ਜੋ ਸਰ ਤੁਹਾਡੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਉੱਤੇ ਇੱਥੇ ਰੀਅਲ ਸਟੇਟ ਕਾਉਂਸਲ ਤੁਹਾਨੂੰ ਲਾਇਸੈਂਸ ਵੀ ਨਹੀਂ ਦਿੰਦਾ ਰੀਅਲ ਸਟੇਟ ਦਾ। ਪਹਿਲੇ ਤੁਹਾਡੀ ਫਾਈਨੈਂਸ਼ੀਅਲ ਔਰ ਤੁਹਾਡੇ ਪੂਰਾ ਬੈਕਗਰਾਉਂਡ ਦੇਖਿਆ ਜਾਂਦਾ ਹੈ ਲਾਇਸੈਂਸ ਦੇਣ ਤੋਂ ਪਹਿਲੇ, ਕਿਉਂਕਿ ਅਗਰ ਮਿਸਮੈਨੇਜਮੈਂਟ फाइनेंस दी हुई है तो उन्होंने भी खतरा है कि यह बंदा पैसे देना गड़बड़ कितने कर दे कल को अपने क्लाइंट नाल कितने नाल, वो भी बड़ी सख्ती हैगी सर। इस करके मैं 100% थोड़े सहमत है पहले पॉइंट के उत्ते कि यस तो सारी प्लानिंग होनी चाहिए। प्रोडक्ट का की मतलब हैगा जी? वैसे तो फिर जी वैसे हुण मेरे वैसे ही मजाक कर रहे हैं, लेकिन वो सारे रियल्टरां दी तां पिछड़ा खिच लैणियां चाहिए ने जिन्होंने खुद ही मिसमैनेज किया, उन्हां तो पता पंकज मोंगा जी एवरीथिंग इज ऑनलाइन ट्विटर ते छाए पए ने ਉਹ ਜਿਹੜਾ ਆਪਣਾ ਮੇਨ ਸਟ੍ਰੀਮ ਚੈਨਲਸ ਨੇ ਜਿਹੜੇ ਟਵਿੱਟਰ ਤੇ ਜ਼ਿਆਦਾ ਐਕਟਿਵ ਹੁੰਦੇ ਆ ਉਹ ਸਾਰੇ ਉਹਨਾਂ ਨੂੰ ਕਹਿ ਰਹੇ ਆ ਵੀ ਜੇ ਪ੍ਰੋਫੈਸ਼ਨਲ ਹੋ ਕੇ ਆਪ ਦਾ ਨਹੀਂ ਮੈਨੇਜ ਕਰ ਸਕੇ ਅੱਗੇ ਕੀ ਸਲਾਹ ਦੇਣਗੇ? ਉਹ ਅੱਗੇ ਕੀ ਸਲਾਹ ਦੇਣਗੇ ਸੀਰੀਅਸਲੀ? ਓਕੇ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਗਰੀਸ਼ ਜੀ ਤੁਹਾਡੀ ਕਾਲ ਅਗਲੀ ਹੈ, ਗਰੀਸ਼ ਜੀ, ਔਰ ਫਿਰ ਉਸ ਤੋਂ ਬਾਅਦ ਕਰਮਵੀਰ ਸ਼ੇਰਗਿੱਲ ਜੀ। ਪਹਿਲਾਂ ਗਰੀਸ਼ ਜੀ ਫਿਰ ਕਰਮਵੀਰ ਸ਼ੇਰਗਿੱਲ ਜੀ, ਤੁਹਾਡੀ ਕਾਲ ਅਸੀਂ ਜ਼ਰੂਰ ਔਨ ਏਅਰ ਕਰਾਂਗੇ। ਮੈਂ ਇੱਕ ਚੀਜ਼ ਪੁੱਛਣਾ ਚਾਹ ਰਿਹਾ ਸੀ ਪੀਕੇ ਜੀ, ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਤੁਸੀਂ ਕਹਿ ਰਹੇ ਹੋ ਕਿ ਕੈਸ਼ ਜਿਹੜਾ ਹੈ ਉਹ ਬੈਂਕ 'ਚ ਪਿਆ ਤੇ ਖਰਾਬ ਹੋ ਜਾਂਦਾ, ਪਰ ਅੱਜ ਦੀ ਜੇ ਸਥਿਤੀ ਦੇਖੀ ਜਾਵੇ ਕਈ ਲੋਕ ਕਹਿ ਰਹੇ ਨੇ ਕੈਸ਼ ਇਜ਼ ਦਾ ਕਿੰਗ। ਸੋ ਇਹਨੂੰ ਥੋੜਾ ਜਿਹਾ ਕਲੀਅਰ ਕਰੋ
ਵੀ ਕੈਸ਼ ਬੈਂਕ 'ਚ ਰੱਖਣਾ ਚਾਹੀਦਾ ਹੈ ਨਹੀਂ ਰੱਖਣਾ ਚਾਹੀਦਾ, ਦੋਨੋਂ ਜਣੇ ਤੋਂ ਵਿਊ ਪੁਆਇੰਟ ਲਵਾਂਗਾ ਕਿੱਦਾਂ ਕਰਨਾ ਚਾਹੀਦਾ। ਸਿੰਪਲ ਮੈਂ ਇਹਦੀ ਕੈਲਕੂਲੇਟ ਕਰ ਜਾਗਾ। ਅਗਰ ਤੁਹਾਡੇ ਕੋਲ ਹਾਰਡ ਕੈਸ਼ ਆਪਣਾ ਹੈਗਾ ਵਿਦਾਊਟ ਐਨੀ ਲਾਈਨ ਆਫ ਕ੍ਰੈਡਿਟ ਔਰ ਵਿਦਾਊਟ ਐਨੀ ਹੀਲॉक, ਤੇ ਯੈਸ फॉर सेफ्टी वास्ते मैं थोड़ा जिहा पैसा जरूर रखांगा अपने को, 50-70 डिपेंडिंग ऑन योर फैमिली लाइफस्टाइल। लेकिन दूजे पासे अगर मेरे को हीलॉक हैगी या मेरे को लाइन ऑफ क्रेडिट हैगी, हीलॉक मैं ज्यादा चंगा कहांगा तो तुहाडे कोल मान लो सपोज करो ਉਹਦੇ ਅੰਦਰ 2 ਲੱਖ ਪਿਆ ਹੋਇਆ, ਉਹ ਵੀ ਤੁਹਾਡੇ ਕੋਲ ਹਾਰਡ ਕੈਸ਼ ਹੈਗੀ ਯਾਰ, ਹਾਲਾਂਕਿ ਤੁਹਾਡਾ ਨਹੀਂ ਹੈਗਾ ਪਰ ਤੁਹਾਡੇ ਕੋਲ $2 ਲੱਖ ਹੀਲॉक ਦਾ ਪਿਆ ਹੋਇਆ ਵਿਚ ਯੂ ਕੈਨ ਯੂਜ਼ ਇਨ 1 ਮਿੰਟ, ਕਿਉਂਕਿ ਹੀਲॉक ਦੇ ਅੰਦਰ ਤਾਂ ਤੁਹਾਨੂੰ ਜਿਹਨੂੰ ਕਹਿੰਦੇ ਨੇ ਅਪਲਾਈ ਕਰਨ ਦੀ ਲੋੜ ਹੀ ਨਹੀਂ ਪੈਂਦੀ ਨਾ ਜੀ, ਉਹ ਪੈਸਾ ਤੁਹਾਡਾ ਆਪਣਾ ਪੈਸਾ ਹੈਗਾ। ਲਾਈਨ ਆਫ ਕ੍ਰੈਡਿਟ ਤੁਹਾਡੇ ਕੋਲ 1 ਲੱਖ ਦੀ ਪਈ ਹੋਈ ਹੈ, ਉਹ ਤੁਸੀਂ ਇਹਨੂੰ ਯੂਜ਼ ਨਾ ਕਰੋ, ਉਹਨੂੰ ਵਾਪਿਸ ਕਰਕੇ ਉਹਨੂੰ ਜ਼ੀਰੋ ਕਰ ਦਿਓ ਔਰ ਜਦ ਲੋੜ ਪਏਗੀ ਦਿਖਾ ਲਓ, ਤਾਂ ਉਹ ਵੀ ਤੁਹਾਡਾ ਆਪਣਾ ਪੈਸਾ ਹੈ ਨਾ ਜੀ, ਕਿਉਂਕਿ ਤੁਹਾਡੀ ਪ੍ਰਾਪਰਟੀ ਦੇ ਅਗੇਂਸਟ ਹੈਗਾ। ਤੇ ਇਹ ਮੇਰਾ ਮਤਲਬ ਕਹਿੰਦਾ ਸੀਗਾ ਤੁਹਾਨੂੰ ਉਹ ਵੇਸਟ ਨਹੀਂ ਹੋ ਰਿਹਾ, ਤੁਹਾਡਾ ਇੰਟਰਸਟ ਵੀ ਬਚ ਰਿਹਾ, ਤੁਸੀਂ ਇੰਟਰਸਟ ਹੀ ਨਹੀਂ ਦੇ ਰਹੇ ਪਰ ਫॉर ਅ ਰੇਨੀ ਡੇ ਯੂ ਕੈਨ ਯੂਜ਼ ਇਟ। ਇਹ ਮੇਰਾ ਮਤਲਬ। ਠੀਕ ਹੈ ਪੰਕਜ ਜੀ। ਜੀ ਬੇਸਿਕਲੀ ਇੰਡੀਵਿਜੂਅਲ ਸਿਚੁਏਸ਼ਨ ਹੋਏਗੀ ਜਸਵੀਰ ਜੀ ਇਹਦੇ ਵਿੱਚ, ਜਿਵੇਂ ਪੀਕੇ ਜੀ ਨੇ ਐਕਸਪਲੇਨ ਕਰ ਦਿੱਤਾ। ਹੁਣ ਅਗਰ ਮੇਰੇ ਕੋਲ ਅੱਜ ਕੋਈ ਐਜੀ ਸਿਚੁਏਸ਼ਨ ਚਾਹੁੰਦਾ ਹੈ, ਰਿਟਾਇਰ ਹੈ ਬੰਦਾ, ਕਹਿੰਦਾ ਜੀ ਆ ਪੈਸਾ ਹੈ ਮੇਰੇ ਕੋਲ, ਤਾਂ ਮੈਂ ਉਹਨੂੰ ਕਹਾਂਗਾ ਯੈਸ ਕੈਸ਼ ਇਜ਼ ਕਿੰਗ। ਤੁਸੀਂ ਅੱਜ ਦੀ ਡੇਟ 'ਚ ਮੇਰੇ ਖਿਆਲ ਜਿਹੜੀਆਂ GIC ਵੀ ਦੇ ਰਹੀਆਂ ਨੇ ਉਹ 4.5% ਦੇ ਕਰੀਬ ਦੇ ਰਹੀਆਂ ਨੇ। ਨਾਰਮਲ ਅਕਾਊਂਟ ਅਗਰ ਮੇਰੇ ਕੋਲ ਜਿਵੇਂ ਮੈਂ ਓਪਨ ਅਕਾਊਂਟ ਖੋਲ ਦੇਵਾਂ, ਮੇਰੇ ਸਿਕਿਉਰ ਅਕਾਊਂਟ ਜਿਹਦੇ 'ਚ ਕੋਈ ਨਹੀਂ ਹੈਗਾ, ਉਹ ਵੀ 3% ਦਿੰਦਾ ਪਿਆ ਜੀ। 3% ਇਸ ਵੇਲੇ ਮੈਂ ਓਪਨ ਅਕਾਊਂਟ ਦੇ ਰਿਹਾ, ਕੱਲ ਸਵੇਰੇ ਪੈਸਾ ਕੱਢ ਲਓ ਚਾਹੇ। ਸੋ ਇਹ ਚੀਜ਼ਾਂ ਠੀਕ ਨੇ। ਲੇਕਿਨ ਦੂਜੇ ਪਾਸੇ ਅਗਰ ਤੁਸੀਂ ਤੁਹਾਡੀ ਏਜ ਛੋਟੀ ਹੈ ਔਰ ਤੁਸੀਂ ਰਿਸਕ ਲੈ ਸਕਦੇ, ਤਾਂ ਇਹ ਤਾਂ ਉਹ ਟਾਈਮ ਆ ਗਿਆ ਜਦੋਂ ਸਾਰੀਆਂ ਚੀਜ਼ਾਂ ਸੇਲ ਤੇ ਲੱਗੀਆਂ ਹੋਈਆਂ ਨੇ। ਇਸ ਵੇਲੇ ਇਹ ਜਿਹੇ ਮਾਰਕੀਟ 'ਚ ਇਨਵੈਸਟਮੈਂਟ ਪਈਆਂ ਨੇ ਸਰ, ਸਾਨੂੰ ਪਤਾ ਹੈ ਕਿ 2 ਸਾਲ ਬਾਅਦ ਉਹ ਡਬਲ ਹੋਈ ਪਈ ਹੋਵੇਗੀ ਜਾਂ 1.5 ਗੁਣਾ ਤਾਂ ਹੋਈ ਪਈ ਹੋਵੇਗੀ ਐਟਲੀਸਟ, ਕਿਉਂਕਿ ਐਡੇ ਥੱਲੇ ਆ ਚੁੱਕੇ ਆ ਸਟਾਕਸ ਨੇ ਜਿਹੜੇ ਉਹ ਚੀਜ਼ਾਂ ਨੇ, ਔਰ ਵੱਡੀਆਂ ਬਲੂ ਚਿਪ ਕੰਪਨੀਆਂ ਨੇ ਜਿਹੜੀਆਂ ਕਿ ਇਸ ਤਰ੍ਹਾਂ ਪਈਆਂ ਨੇ। ਜਦੋਂ ਸਾਨੂੰ ਪਤਾ ਹੈ ਕਿ ਅਗਲੇ 2-3 ਸਾਲ ਚ ਇਹਨੇ ਡਬਲ ਹੋ ਹੀ ਜਾਣਾ ਹੈ, ਤਾਂ ਫਿਰ ਉਹ ਰਿਸਕ ਲੈਣ 'ਚ ਕੋਈ ਹਰਜ ਨਹੀਂ ਹੈਗਾ। ਸੋ ਡਿਪੈਂਡ ਕਰਦਾ ਹੈ ਇੰਡੀਵਿਜੂਅਲ ਸਿਚੁਏਸ਼ਨ ਕੀ ਹੈ, ਉਸ ਸਿਚੁਏਸ਼ਨ ਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ। ਲੇਕਿਨ ਯੈਸ ਕੈਸ਼ ਇਜ਼ ਕਿੰਗ, ਕਿਉਂਕਿ ਮੈਂ ਤੁਹਾਨੂੰ ਐਗਜ਼ਾਮਪਲ ਇੱਕ ਹੋਰ ਦੇ ਦੇਣਾ। ਅੱਜ ਦੀ ਡੇਟ ਮੇਰੇ ਕੋਲ ਜਿੰਨਾ ਵੀ ਪੈਸਾ ਆ ਰਿਹਾ, ਜੋ ਵੀ ਮੇਰੇ ਕੋਲ ਇਨਵੈਸਟ ਕਰ ਰਿਹਾ, ਮੈਂ ਉਹਨੂੰ ਮਾਰਕੀਟ ਵਾਲੇ ਬਾਹਰ ਰੱਖਿਆ ਹੋਇਆ, ਉਹਨੂੰ ਕੈਸ਼ ਰੱਖਿਆ ਹੋਇਆ, ਕਿਉਂਕਿ ਮੈਂ ਮੌਕਾ ਲੱਭ ਰਿਹਾ। ਜਿਸ ਵੇਲੇ ਮੈਨੂੰ ਮੌਕਾ ਲੱਭੇਗਾ ਮੈਂ ਉਸ ਲਈ ਉਹਦੇ 'ਚ ਘੁਸ ਜਾਵਾਂਗਾ। ਲੇਕਿਨ ਅਕਾਊਂਟ ਤਿਆਰ ਪਏ ਨੇ ਤਾਂ ਕਿ ਫਟਾਫਟ ਜਦੋਂ ਵੀ ਇਨਵੈਸਟ ਕਰਨਾ ਪਵੇ ਉਸੇ ਦਿਨ ਮੈਂ ਇਨਵੈਸਟ ਕਰ ਸਕਾਂ। ਲੇਕਿਨ ਇਸ ਵੇਲੇ ਅਸੀਂ ਕੈਸ਼ 'ਚ ਬੈਠੇ ਹੋਏ। ਠੀਕ ਹੈ। ਔਰ ਇਸ ਮੌਕੇ ਤੇ ਕੋਈ ਓਪਰਚੁਨਿਟੀ ਪੀਕੇ ਜੀ ਕੋਈ ਵੀ ਪ੍ਰੋਜੈਕਟ ਕੋਈ ਉਹ ਜ਼ਰੂਰ ਹਾਈਲਾਈਟ ਕਰ ਦਿਓ ਜੀ। ਜੀ ਬੜੇ ਚੰਗੇ ਪ੍ਰੋਜੈਕਟ ਹੈਗੇ ਨੇ ਮਾਰਕੀਟ ਇਸ ਵਕਤ ਸਾਡੇ ਕੋਲ। ਨਿਆਗਰਾ ਵੀ ਪ੍ਰੋਜੈਕਟ ਹੈਗੇ ਨੇ ਸਾਡੇ ਕੋਲ, ਮਿਸਕੋਕਾ ਵੀ ਹੈਗੇ ਨੇ ਸਾਡੇ ਕੋਲ, ਹੈਮਿਲਟਨ, ਡਾਊਨਟਾਊਨ ਬੜੇ ਜ਼ਬਰਦਸਤ ਪ੍ਰੋਜੈਕਟ ਨੇ। ਵੈਰੀ ਹਾਈ ਐਂਡ ਪ੍ਰੋਜੈਕਟਸ ਵੀ ਸਾਡੇ ਕੋਲ ਹੈਗੇ ਨੇ ਜਿਹਦੇ ਅੰਦਰ 2-2 ਮਿਲੀਅਨ ਤੋਂ ਸਟਾਰਟ ਹੁੰਦੇ ਨੇ ਅਪਾਰਟਮੈਂਟ। ਵੈਰੀ ਹਾਈ ਐਂਡ ਹੂਜ਼ ਹੂ, ਮਤਲਬ ਕਿ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਜਿਹਨਾਂ ਲੋਕਾਂ ਦੇ ਨਾਲ ਖੜੇ ਹੋ ਕੇ ਤੁਸੀਂ ਫੋਟੋ ਖਿਚਵਾਉਣਾ ਚਾਹੁੰਦੇ ਹੋ, ਉਹ ਤੁਹਾਨੂੰ ਅਗਰ ਐਲੀਵੇਟਰ ਮਿਲਣ ਹਰ ਰੋਜ਼ ਇਸ ਬਿਲਡਿੰਗ ਦੇ ਅੰਦਰ ਤਾਂ ਤੁਹਾਨੂੰ ਕੀ ਲੱਗੇਗਾ। ਤੇ ਬੇਸਿਕਲੀ ਦਿਸ ਪ੍ਰੋਜੈਕਟ ਇਜ਼ ਆਈ ਵੁੱਡ ਸੇ ਫॉर ਦ ਐਂਡ ਯੂਜ਼ਰ ਜਿਹਨੇ ਜਾ ਕੇ ਤੇ ਮੂਵ ਕਰਨਾ ਹੈ ਅਪ ਡਾਊਨ ਦੇ ਅੰਦਰ। ਇਹੋ ਜਿਹੇ ਪ੍ਰੋਜੈਕਟ ਸਾਡੇ ਕੋਲ ਹੈਗੇ ਨੇ। ਲੋ ਰਾਈਜ਼ ਸਾਡੇ ਕੋਲ ਲਿੰਡਸੀਜ਼ ਬੜੇ ਜ਼ਬਰਦਸਤ ਡਿਟੈਚ ਘਰ ਵਗੈਰਾ ਹੈਗੇ ਨੇ ਸਾਡੇ ਕੋਲ, ਨਿਆਗਰਾ ਦੇ ਕੋਲ ਹੈਗੇ ਨੇ, ਬਹੁਤ ਜਗ੍ਹਾ ਬ੍ਰੈਂਡਫੋਰਡ ਦੇ ਅੰਦਰ ਹੈਗੇ ਨੇ ਤੇ ਡੇਰੀ ਦੇ ਕੋਲ ਹੈਗੇ ਨੇ। ਤੇ ਦੇਰ ਆਰ ਨਾਟ ਮੈਨੀ ਪ੍ਰੋਜੈਕਟ। ਕੀ ਕਿਹਦੇ ਵਾਸਤੇ ਗੱਲ ਕਰੀਏ ਤੇ ਤੁਸੀਂ ਮੇਰੇ ਪਾਸ ਇੱਕ ਨੰਬਰ ਦੇ ਦੇਣਾ, ਮੈਨੂੰ ਕੰਟੈਕਟ ਕਰ ਲਓ। ਉਸ ਤੋਂ ਬਾਅਦ ਅਸੀਂ ਮਿਲ ਕੇ 1 ਘੰਟਾ ਲੱਗੇਗਾ, 45 ਮਿੰਟ ਤੋਂ 1 ਆਵਰ, ਦੈਨ ਵੀ ਕੈਨ ਪਲਾਨ ਵੇ ਟੂ ਗੋ ਹੈਡ। ਡਿਫਰੈਂਟ ਪ੍ਰੋਜੈਕਟਸ ਫॉर ਡਿਫਰੈਂਟ ਜਿਹੜੇ ਲੋਕਾਂ ਵਾਸਤੇ ਹੁੰਦਾ ਹੈਗਾ। ਇੱਕ ਚੀਜ਼ ਹਰੇਕ ਵਾਸਤੇ ਨਹੀਂ ਹੋ ਸਕਦੀ ਕਦੀ ਵੀ। 647-299 4757. I repeat, 647-299-4757, or you can visit teamsabarwal.com. जी ठीक है जी। नेक्स्ट कॉल गिरीश जी, आप ऑन दिए गो अहेड। सबरवाल जी नमस्कार जी। मेरा ये सवाल है कि मान लीजिए नमस्कार जी। कोई इन्वेस्टमेंट प्रॉपर्टी में खरीदता हूँ छोटी सी, उसमें मैं ये सोचता हूँ कि चलो 400-500 मैं उसमें अपनी तरफ से भी दे लूँ और मेरा ब्रेक इवन चलता रहे, और पता चला कि मुझे कोई दुष्ट किराएदार मिल गया जो कि मुझे 2 महीने के बाद किराया ना दे, तो मेरे पास क्या ऑप्शंस हैं? मैं मिनिमम हिंदुस्तान थोड़ना है कि वो किराया ना दे और बैठा रहेगा है जी। ये हिंदुस्तान या पाकिस्तान या कोई ऐसा कंट्री थोड़ा ना कि किराएदार किराया नहीं दे रहा और बैठा हुआ है। हाँ मैं पूछ रहा हूँ कि उसमें कितने, वही बता रहा हूँ ना, मेरी बात तो सुनिए सर। जब हमने किसी किराएदार को निकालना होता है ना, हम भगवान से प्रार्थना कर रहे होते हैं कि मुझे 1 महीना किराया ना दे। उससे बड़ा डिफॉल्ट ही नहीं है बॉस। किराया ना देना सबसे बड़ा डिफॉल्ट मानता है लैंडलॉर्ड टेनेंट बोर्ड, सबसे बड़ा डिफॉल्ट। वो कहता है ये तो रोजी रोटी है, लैंडलॉर्ड बैंकरप्ट हो जाएगा। इसको बहुत सीरियसली लेते हैं, वो बहुत ज्यादा सीरियसली लेते हैं इस बात को जी। और वो तो ना दे तो बड़ी अच्छी बात है। तो कितना टाइम लग जाता है इनको बाहर निकालने में और ये केस चलने में? सर देखो ये सिचुएशन डिपेंड करता है, लेकिन अगर जज को ये लगा कि ये शरारत कर रहा है टेनेंट बहुत जबरदस्त और उसकी सिचुएशन ऐसी नहीं है, तो वो उसको महीने का नोटिस देके भी किक आउट कर देगा। और आप जाके शेरिफ के पास जाके वो सम्मन दिखा दीजिए और शेरिफ अपने
अपने आप इसका $365 लगते हैं, वो अपने आप इनको निकाल के बाहर आपके हाथ में चाबी पकड़ा देंगे, ठीक है। लेकिन अगर उसको लगता है कि जेन्युइन केस है और बच्चे छोटे छोटे हैं, तो हो सकता है वो उसको दो महीने का टाइम दे दे कि आपको मैं 2 महीने दे रहा हूँ कि आप अपना किराए पे अपना दूसरा मकान देखिए, लेकिन कर्जा आपने इनका देना है और उसके ऊपर आप लिए नहीं बिठा सकते हैं उनके ऊपर। और प्लस क्या मैं बता दूं, उसका क्रेडिट भी आप खराब कर सकते हैं। पैसा मरता नहीं है, पर सवाल उठता है, हम लोग इजी गोइंग हो जाते हैं, हम चल यार निकल गया, जान छुट्टी, 2 महीने का किराया तो नहीं ना, आप आखिर तक पीछा मत छोड़िए उसका। आज नहीं है उसके पास पैसे, कोई बात नहीं, तंग मत करो, पर डाल दो उसके ऊपर, और उसके ऊपर वो क्रेडिट खराब उसका हो जाएगा। कोई भी नहीं चाहेगा कि मेरा इतना ज्यादा क्रेडिट खराब हो। इसलिए जब हम किसी टेनर को रखते हैं तो पहले उसका क्रेडिट चेक करते हैं, क्योंकि जिस किराएदार का क्रेडिट ऑलरेडी खराब है, 500 है, उसको परवाह नहीं होती मेरा क्रेडिट और खराब हो जाए, मैं तो नहीं देता ज्यादातर को। पर जिसका क्रेडिट 700 प्लस चल रहा है, उसको फिक्र होती है कि मेरा क्रेडिट खराब ना हो जाए, तो आपसे वो तय कर देता है जी मैं आपको इतनी किस्त बांध देता हूँ, या आप थोड़ा रुक जाइए, मैं सेटल होने के बाद दे दूंगा। वेरी गुड। आप प्रॉपर ढंग से अगर चलते हैं ना तो आपको कोई टेंशन ही नहीं है। पर जब हमें रूल का पता ही नहीं है, सिस्टम को फॉलो नहीं कर रहे, सारे काम हम खुद ही करना चाहते हैं, किसी प्रोफेशनल की हम हेल्प ही नहीं लेना चाहते, तो आप अपने डर में खुद ही डूब जाते हो, और वो डर आपको कुछ करने नहीं देता जिंदगी में। ओके सुबल जी, कितना टाइम लग जाता है? रेंज क्या होती है? 2 महीने से 2 साल या 1 साल? मैक्सिमम 3 महीने। 2 साल कहाँ से आगे बॉस? नहीं सुना, बड़ी लाइन लगी होती है ना आजकल। वही तो मैं कह रहा हूँ, अभी वो 6 महीने का टाइम यहाँ तक मिल रहा है, पर डिपेंड करता है केस टू केस ना। एक बंदे को, वही तो मैंने अभी कहा, एक बंदे को किराया ही नहीं आ रहा तो बड़ा इमरजेंसी केस हो जाता है वो। और मैं आपको 2 सिचुएशन अलग अलग बताता हूँ, ध्यान से सुनिएगा, ठीक है जी। एक केस के अंदर टेनेंट किराया नहीं दे रहा, ये बहुत सीरियस माना जाएगा। एक केस के अंदर टेनेंट किराया दे रहा है, पर लैंडलॉर्ड जो है ना उसको एक नोटिस भेज रहा है N12, और उसमें पता क्या लिख रहा है कि यहाँ पर मेरी साली आके रहेगी ब्लड रिलेशन के अंदर। उसको यही नहीं पता कि उसकी वाइफ की सिस्टर फर्स्ट ब्लड रिलेशन के अंदर एज ए फैमिली मेंबर उस कैटेगरी में आती ही नहीं है, वो उस कैटेगरी में नहीं आती, तो उसका केस जज 6 महीने आगे कर देगा। बात समझ रहे हैं आप मेरी बात तो समझ रहे हैं? तो केस कैसा है उस पर डिपेंड कर रहा। और जो रेंट नहीं दे रहा वो सबसे पहले प्रायोरिटी है उसकी। जो कह रहे हैं लाइनें लगी हुई हैं, ये वो लोग हैं जो पैरालीगल के $500 देने को तैयार नहीं है और लाइनों में लगे। बाद में ब्लेम क्या करते हैं, 2 साल हो गए, कहते हैं 2 साल, कहते हैं 6 महीने, कहते हैं 1 साल। आपके $500 के चक्कर में आप अपना 4 महीने 5 महीने का किराए का नुकसान करते जा रहे हो, और चाहे बाद में वो रिकवर हो सकते हैं नहीं हो सकते, उसको जब क्रेडिट के ऊपर उसका जाएगा तो सारे सब देने बैठ जाते हैं। अब ये केस छोटा सा आया है, $29 उसने किसी पता नहीं, चलो मैं बेल एग्जांपल दे रहा हूँ पर नाम बेल नहीं है, तो बेल का उसने $29 नहीं दिए, उसका क्रेडिट खराब हुआ पड़ा है $29 के चक्कर में। जब लोन का टाइम आया तो वो फंस गया। बैंक कहते तुम्हारा क्रेडिट, उसको एक्सप्लेन करना पड़ रहा है बैंक को, भाई इट इज ओनली $29। जवाब आगे से क्या आता है, इट इज ए रिस्पॉन्सिबिलिटी नॉट द $29। तो ये इनरिस्पॉन्सिबल वाली बात है ना जी, जो कह रहे हैं हम लाइनों में लगे हुए हैं, वो प्रोफेशनल से बात ही नहीं करना चाहते, रूल्स का पता ही नहीं है, खुद ही दिमाग लगाते हैं। मैं आपको एक छोटी सी बात, सॉरी युद्धू जी मैंने ज्यादा लंबा टाइम ले लिया, प्लीज एक छोटी सी आपको और एग्जांपल देता हूँ। लैंडलॉर्ड पता क्या सोचता है, ओहो मैं ये जाके जज को बोल दूंगा। ये मेरे दिमाग में बड़ी जबरदस्त बात आई। उस नालायक को ये नहीं पता जज के सामने 20 केस रोज ऐसे आते हैं, जिसको तू कह रहा है कि मैं बड़ा एजेंट हूँ, तेरे से ज्यादा प्रोफेशनल और जिसे कहते हैं ज्यादा एक्सपीरियंस वाले लोग वहाँ पर ऊपर बैठे हुए हैं। जैसे ये वाला एग्जांपल मैंने अभी दिया कि जी मेरी वाइफ की सगी सिस्टर वो फैमिली के अंदर आती है, तो जी वो मूव कर रही है, वो आती नहीं इस कैटेगरी के अंदर। वो सोच रहा है मैं बहुत सियाना हूँ, जज को कन्विंस कर दूंगा, जज ने उठा के कागज उसके फेंक देने उसी वक्त। दूसरी बात, ये मान लो कहता है जी मेरा अपना खुद का बेटा वहां पर रहेगा, ये तो इसके अंदर आता है, ये 100% N12 के अंदर आ जाता है, N12 फॉर्म के अंदर आ जाता है। लेकिन जज ने ये भी तो देखना है कि तेरी इनकम कितनी है, 70,000। तेरा बेटा क्या करता है, कुछ नहीं, वो कागज गिरा के फेंक देगा, लेकिन ये झूठ है। जब तेरी घर की इनकम ही 70,000 है, तू 2,000 वाले टेनर को निकाल के अपने बेटे को फ्री में देगा 2,000 में? तू इतना रईस हो गया क्या? नो, इट इज नॉट प्रैक्टिकल। कैसी लगी भाई साहब आपको ये बात? 2 एग्जांपल कैसे लगे आपको? ठीक है, हम अपने आप को सहमा समझ के चल पड़ते हैं, बाद में कहते हैं लाइनें लगी हुई है। हाँ, अगर एक केस ही जेन्युइन नहीं है, या एक केस जेन्युइन के अलावा एक केस ही इतना इंपॉर्टेंट नहीं है, किराया टाइम से आ रहा है, अब झगड़ा निकालने का हो रहा है, यस उसे 6 महीने का टाइम भी मिल रहा है, आई एग्री। लेकिन जहां पर पैसे की बात आ रही है और किराए जो मेन मुद्दा है, जो मेन एक फैक्ट है कि किराया मिलना जरूरी है जिसकी वजह से वो मॉर्गेज देगा, वो ही नहीं आएगा तो आपको प्रायोरिटी दी जाती है डेट्स के अंदर। सर ठीक है जी।
ठीक है, थैंक यू हाँ जी थैंक यू जी। हाँ जी, और पंकज जी ਤੁਸੀਂ ਆਪਣੇ ਫਾਈਨਲ ਕਮੈਂਟ ਦੇ ਦਿਓ ਜੀ। जी इसमें जी बेसिकली अगर कोई भी किसी तरह की इंश्योरेंस लेना चाह रहे, लाइफ इंश्योरेंस है, क्रिटिकल है, डिसेबिलिटी है, या तुसी इन्वेस्टमेंट करना चाह रहे हो मार्केट, बिकॉज बहुत सारिया चीज़ां ने जिहड़ियां सानू हुण करनियां ने, जिवें पहला दस रहा सीगा मैं अकाउंट खोल के तैयार बैठा होया जी इस वेले, ताकि कैश रख के बैठा होया, जदों भी कोई टाइम मिलेगा उहदे च घुसना है। दूजी चीज़, अगर तुहाडी इनकम $1 लाख तो उपर है, मतलब तुसी टैक्स 1 लाख से देने उस तो उपर देने हो, तो तुसी मैनू आके मिलो, मैं तुहानू जी स्ट्रैटेजीज दस सकदा जिथे तुसी पैसा कमा भी सकोगे ते नाल टैक्स भी बचा सकोगे। तो दोनों चीज वो भी इन्वेस्टमेंट के थ्रू किया जाता है, तो वो चीज भी हैगी है, तां भी तुसी मैनू कॉन्टैक्ट कर सकते हो। मेरा फोन नंबर है 6472851007। वैबसाइट मेरे नाम से है pankajmonga.com, उस तो भी नंबर लिखा जा सकता है। थैंक यू वेरी मच। थैंक यू वेरी मच पीके जी एंड थैंक यू वेरी मच पंकज जी। और शाम को